ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਪਾਵਨ ਸਿਧਾਂਤਾਂ ਦੀ ਚੱਲ ਰਹੀ ਲੜੀਵਾਰ ਵਿਚਾਰ ਵਿੱਚ ਅੱਜ ਅਸੀਂ ਇੱਕ ਬੜਾ ਅਹਿਮ ਵਿਸ਼ਾ ਆਵਾਗਮਨ ਜਾਂ ਆਉਣਾ ਜਾਣਾ ਜੋ ਜੀਵਾਤਮਾ ਦਾ ਵੱਖ-ਵੱਖ ਜੂਨਾਂ ਦੇ ਵਿੱਚ ਇਸ ਵਿਸ਼ੇ 'ਤੇ ਵਿਚਾਰ ਕਰਾਂਗੇ। ਅੱਜ ਦੇ ਯੁੱਗ ਵਿੱਚ ਬਹੁਤ ਸਾਰੇ ਪ੍ਰਚਾਰਕ, ਕਈ ਇੱਕ ਬੁੱਧੀਜੀਵੀ ਸਿੱਖ ਲੇਖਕ ਇਸ ਬਾਰੇ ਕਾਹਲੀ ਕਾਹਲੀ 'ਚ ਲਿਖਣਾ ਸ਼ੁਰੂ ਹੋ ਗਏ ਹਨ ਕਿ ਜਨਮ ਮਰਨ ਦਾ ਗੇੜ ਨਹੀਂ ਹੁੰਦਾ, ਆਤਮਾ ਬਾਰ-ਬਾਰ ਹੋਰ ਜੂਨਾਂ ਵਿੱਚ ਨਹੀਂ ਜਾ ਸਕਦੀ। ਸ਼ਾਇਦ ਉਹ ਸਾਇੰਸ ਦੀ ਕਾਢਾਂ ਤੋਂ ਪ੍ਰਭਾਵਿਤ ਹੋਏ ਪਏ ਨੇ ਕਿ ਬਈ ਸ਼ਾਇਦ ਵਿਕਸਿਤ ਹੋ ਕੇ ਬਾਕੀ ਜੂਨਾਂ 'ਚੋਂ ਇਨਸਾਨ ਬਣਦਾ ਹੈ ਅਤੇ ਫਿਰ ਮੁੜ ਕੇ ਛੋਟੀਆਂ ਜੂਨਾਂ ਨਹੀਂ ਜਾ ਸਕਦਾ। ਔਰ ਗੁਰਬਾਣੀ ਦੇ ਕੁਝ ਐਸੇ ਹਵਾਲੇ ਵੀ ਦਿੰਦੇ ਨੇ ਜਿਹਦੇ ਤੋਂ ਉਹ ਸਿੱਧ ਕਰਨ ਦਾ ਯਤਨ ਕਰਦੇ ਨੇ ਕਿ ਇਸ ਜ਼ਿੰਦਗੀ ਦੇ ਵਿੱਚ ਹੀ ਇਨਸਾਨ ਕਈ ਦਫਾ ਆਪਣੀ ਅਕਲ ਬੁੱਧੀ ਸੋਝੀ ਨੀਵੀਂ ਪੱਧਰ ਵਾਲੇ ਪਾਸੇ ਲੈ ਜਾ ਕੇ ਹੈਵਾਨੀ ਜੂਨਾਂ ਵਰਗੀਆਂ ਜ਼ਿੰਦਗੀ ਜਿਉਂਦਾ ਹੈ, ਹੈਵਾਨੀ ਜੂਨਾਂ ਵਰਗੀ ਮਨੋਬਿਰਤੀ ਬਣਾ ਲੈਂਦਾ ਹੈ ਅਤੇ ਬਸ ਇਹੋ ਹੀ ਜੂਨਾਂ ਨੇ, ਬਾਕੀ ਸਰੀਰ ਕਰਕੇ ਵੱਖਰੀ ਜੂਨਾਂ ਨਹੀਂ ਹਨ। ਪਰ ਇਹ ਗੱਲ ਗੁਰਬਾਣੀ ਵਿੱਚੋਂ ਸਿੱਧ ਹੋ ਜਾਂਦੀ ਹੈ ਕਿ ਗੁਰਬਾਣੀ ਅਨੁਸਾਰ ਸਰੀਰ ਕਰਕੇ ਵੀ ਬਾਰ-ਬਾਰ ਜਨਮ ਹੋਣ ਦੇ ਜਿਹੜੇ ਇਹ ਪ੍ਰਮਾਣ ਗੁਰਬਾਣੀ 'ਚੋਂ ਮਿਲ ਜਾਂਦੇ ਨੇ। ਦਰਅਸਲ ਤਿੰਨ ਕਿਸਮ ਦੇ ਪ੍ਰਮਾਣ ਗੁਰਬਾਣੀ 'ਚੋਂ ਮਿਲਦੇ ਨੇ। ਇੱਕ ਉਹ ਜਿਹੜੇ ਇਨਸਾਨੀ ਜੂਨ ਵਿੱਚ ਹੋ ਕੇ ਵੀ ਇਨਸਾਨ ਦੀ ਘਟੀਆ ਮਨੋਬਿਰਤੀ ਦੇ ਕਾਰਨ ਉਸ ਨੂੰ ਜਾਨਵਰਾਂ ਨਾਲ ਤੁਲਨਾ ਦਿੰਦੇ ਨੇ ਕਿ ਤੂੰ ਇਨਸਾਨ ਹੋ ਕੇ ਜਾਨਵਰਾਂ ਵਰਗੀ ਜ਼ਿੰਦਗੀ ਜੀਉ ਰਿਹਾ ਹੈ। ਦੂਜੇ ਗੁਰਬਾਣੀ ਦੇ ਪ੍ਰਮਾਣ ਉਹ ਵੀ ਮਿਲਦੇ ਨੇ ਜਿਹੜੇ ਇਹ ਸਿੱਧ ਕਰਦੇ ਨੇ ਕਿ ਨਹੀਂ, ਇਹ ਮਨੁੱਖਾ ਸਰੀਰ ਮਿਲਣ ਤੋਂ ਪਹਿਲਾਂ ਤੇਰੇ ਕੋਲ ਹੋਰ ਜੂਨਾਂ ਵਾਲੇ ਕਈ ਸਰੀਰ ਸਨ, ਉਹਨਾਂ ਸਰੀਰਾਂ ਤੋਂ ਹੰਢਾ ਕੇ ਤੂੰ ਹੁਣ ਇਹ ਮਨੁੱਖਾ ਸਰੀਰ ਤੈਨੂੰ ਪ੍ਰਭੂ ਦੀ ਬਖਸ਼ਿਸ਼ ਨਾਲ ਮਿਲਿਆ ਹੈ। ਤੀਜੇ ਪ੍ਰਮਾਣ ਉਹ ਵੀ ਮਿਲ ਜਾਂਦੇ ਨੇ ਕਿ ਬਈ ਜੇ ਤੂੰ ਇਸ ਇਨਸਾਨੀ ਜੂਨ ਵਿੱਚ ਜਾ ਕੇ ਆਪਣੇ ਜੀਵਨ ਦਾ ਮਨੋਰਥ ਪੂਰਾ ਨਾ ਕੀਤਾ, ਜਿਹੜਾ ਕਿ ਅਸੀਂ ਪਹਿਲੇ ਵਿਸ਼ੇ ਵਿੱਚ ਵਿਚਾਰ ਆਏ ਹਾਂ, ਆਪਣਾ ਜੀਵਨ ਮਨੋਰਥ ਪੂਰਾ ਨਾ ਕੀਤਾ ਅਤੇ ਫਿਰ ਤੇਰੀ ਇਹ ਜਿਹੜੀ ਆਤਮਾ ਅੱਜ ਸਰੀਰ 'ਚ ਬੈਠੀ ਹੈ ਇਹ ਮੁੜ ਕੇ ਕੋਈ ਹੋਰ ਜੂਨ ਵੀ ਧਾਰਨ ਕਰ ਸਕਦੀ ਹੈ, ਉਹ ਕਿਸੇ ਵੀ ਜੀਵ ਜੰਤ ਦੀ ਜੂਨ ਹੋ ਸਕਦੀ ਹੈ। ਐਸੇ ਪ੍ਰਮਾਣ ਗੁਰਬਾਣੀ 'ਚੋਂ ਮਿਲਦੇ ਨੇ। ਤੋ ਉਹ ਜਿਹੜੀ ਮਨੋਬਿਰਤੀ ਕਰਕੇ ਜਨਮ ਦੀ ਗੱਲ ਕੁਝ ਪ੍ਰਚਾਰਕ ਕਰਦੇ ਨੇ ਕਿ ਮਨੋਬਿਰਤੀ ਕਰਕੇ ਇਨਸਾਨ ਹੋ ਕੇ ਵੀ ਜਾਨਵਰਾਂ ਵਰਗੀ ਜ਼ਿੰਦਗੀ ਜਿਉਂਦਾ ਹੈ, ਗੱਲ ਉਹ ਵੀ ਠੀਕ ਹੈ, ਪਰ ਜਨਮ ਕਰਕੇ ਜੂਨਾਂ ਹੁੰਦੀਆਂ ਨੇ, ਇਹ ਗੱਲ ਗੁਰਬਾਣੀ ਇਸ ਗੱਲ ਦੀ ਹਾਮੀ ਭਰਦੀ ਹੈ। ਗੁਰਬਾਣੀ 'ਚ ਐਸੇ ਸ਼ਬਦ ਮਿਲਦੇ ਨੇ, ਜਿਵੇਂ ਅਸੀਂ ਇਹ ਸ਼ਬਦ ਹੀ ਲੈ ਲਈਏ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਾ 176 'ਤੇ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਪਾਵਨ ਸ਼ਬਦ ਹੈ, ਜਿਸ ਦੀ ਰਾਹੋ ਦੀ ਪੰਕਤੀ ਹੈ, ਮਿਲ ਜਗਦੀਸ਼ ਮਿਲਣ ਕੀ ਬਰੀਆ ਚਿਰੰਕਾਲ ਇਹ ਦੇ ਸੰਜਰੀਆ। ਰਾਹੋ ਦੀ ਪੰਕਤੀ, ਜਿਸ ਪੰਕਤੀ ਦੇ ਅੱਗੇ ਰਾਹੋ ਲਿਖਿਆ ਹੁੰਦਾ ਹੈ, ਇਹ ਸ਼ਬਦ ਦਾ ਮੁੱਖ ਭਾਵ ਹੁੰਦਾ ਹੈ, ਸੈਂਟਰਲ ਆਈਡੀਆ ਹੁੰਦਾ ਹੈ। ਉਹਦੇ ਦੁਆਲੇ ਬਾਕੀ ਸ਼ਬਦ ਜਿਹੜਾ ਉਸੇ ਵਿਚਾਰ ਨੂੰ ਖੋਲ੍ਹ ਕੇ ਸਮਝਾਉਣ ਲਈ ਵਿਸਥਾਰ ਹੁੰਦਾ ਹੈ। ਤਾਂ ਰਾਹੋ ਦੀ ਪੰਕਤੀ ਕਹਿੰਦੀ ਹੈ, ਮਿਲ ਜਗਦੀਸ਼ ਮਿਲਣ ਕੀ ਬਰੀਆ। ਜਗਦੀਸ਼ ਭਾਵ ਜਗਤ ਦਾ, ਇਹ ਸ੍ਰਿਸ਼ਟੀ ਦਾ ਮਾਲਕ, ਉਸ ਪਰਮਾਤਮਾ ਨੂੰ ਮਿਲ ਬਾਈ। ਇਹ ਜ਼ਿੰਦਗੀ ਜਿਹੜੀ ਤੈਨੂੰ ਮਿਲੀ ਹੈ, ਇਹ ਜਿਹੜੀ ਬਰੀਆ ਵੇਲਾ ਮਿਲਿਆ ਹੈ, ਇਹ ਪਰਮਾਤਮਾ ਦੇ ਮਿਲਾਪ ਲਈ ਮਿਲਿਆ ਹੈ। ਚਿਰੰਕਾਲ ਇਹ ਦੇ ਸੰਜਰੀਆ, ਬੜੇ ਚਿਰਾਂ ਬਾਅਦ ਤੇਰੀ ਇਹ ਦੇ ਸੰਜਰੀ ਹੈ, ਭਾਵ ਇਹ ਮਨੁੱਖਾ ਸਰੀਰ ਤੈਨੂੰ ਮਿਲਿਆ ਹੈ। ਹੁਣ ਇੱਥੇ ਇੱਕ ਸਵਾਲ ਉੱਠਦਾ ਹੈ ਕਿ ਇਸ ਮਨੁੱਖਾ ਸਰੀਰ ਦਾ ਜਿਹੜਾ ਸਮਾਂ ਮਿਲਿਆ ਹੈ ਪਰਮਾਤਮਾ ਦੇ ਮਿਲਾਪ ਲਈ ਅਗਰ ਮਿਲਿਆ ਹੈ, ਜਗਦੀਸ਼ ਮਿਲਣ ਕੀ ਬਰੀਆ ਹੈ, ਤਾਂ ਚਿਰੰਕਾਲੇ ਦੇ ਸੰਜਰੀਆ, ਬੜੇ ਚਿਰਾਂ ਬਾਅਦ ਇਹ ਦੇ ਸੰਜਰੀ ਹੈ। ਇਸ ਤੋਂ ਮਤਲਬ ਇਸ ਤੋਂ ਪਹਿਲਾਂ ਕੋਈ ਹੋਰ ਦੇਹ ਵੀ ਸੀ। ਗੁਰੂ ਸਾਹਿਬ ਕਿਸ ਨੂੰ ਕਹਿ ਰਹੇ ਨੇ? ਮੰਡ ਆਤਮਾ ਨੂੰ ਕਹਿ ਰਹੇ ਨੇ ਕਿ ਭਾਈ ਤੂੰ ਇਸ ਤੋਂ ਪਹਿਲਾਂ ਕੁਝ ਹੋਰ ਸਰੀਰਾਂ ਵਿੱਚ ਸੇ। ਚਿਰੰਕਾਲ ਇਹ ਦੇਹ ਸੰਜਰੀਆ, ਬੜੇ ਚਿਰਾਂ ਬਾਅਦ ਤੇਰੀ ਇਹ ਦੇਹ ਮਿਲੀ ਹੈ। ਤੋ ਇੱਕ ਸਵਾਲ ਉੱਠਦਾ ਹੈ ਕਿ ਫਿਰ ਪਹਿਲੇ ਕਿਹੜੀ ਦੇਹ ਸੀ? ਇਸ ਆਤਮਾ ਦੀ, ਇਸ ਮਨ ਨੇ ਪਹਿਲੇ ਕਿਹੜਾ ਸਿਰ ਧਾਰਨ ਕੀਤਾ ਹੋਇਆ ਸੀ ਜਿਹੜਾ ਛੱਡ ਕੇ ਹੁਣ ਇਸ ਦੇਹ ਵਿੱਚ ਆਇਆ ਹੈ? ਤਾਂ ਉਹਦਾ ਜਵਾਬ ਬਾਕੀ ਦੀ ਪੰਕਤੀਆਂ ਵਿੱਚ ਬੜਾ ਕਲੀਅਰ ਸਪਸ਼ਟ ਹੈ। ਕਈ ਜਨਮ ਪੇ ਕੀਟ ਪਤੰਗਾ, ਬਈ ਕਈ ਜਨਮ ਤੂੰ ਕੀੜੇ ਪਤੰਗੇ ਹੋਇਆ ਹੈ। ਕਈ ਜਨਮ ਗਜ ਮੀਨ ਕੁਰੰਗਾ, ਗਜ ਕਹਿੰਦੇ ਨੇ ਹਾਥੀ ਨੂੰ, ਮੀਨ ਮੱਛੀ ਨੂੰ, ਕੁਰੰਗਾ ਹਿਰਨ ਨੂੰ। ਤੂੰ ਮੱਛੀ ਹਿਰਨ ਆਦਿ ਇਹਨਾਂ ਹਾਥੀਆਂ, ਇਹਨਾਂ ਜੂਨਾਂ ਵੀ, ਇਹਨਾਂ ਸਿਰਾਂ ਵਿੱਚ ਤੂੰ ਰਿਹਾ ਹੈ। ਕਈ ਜਨਮ ਪੰਖੀ ਸਰਪ ਹੋਏ, ਪੰਛੀ ਹੋ ਗਏ, ਪਕਸ਼ੀ, ਪਰਿੰਦੇ ਅਤੇ ਸਰਪ ਸੱਪ, ਇਹ ਜੂਨਾਂ ਤੂੰ ਭੋਗ ਕੇ ਆਇਆ ਹੈ। ਕਈ ਜਨਮ ਹੈਵਰ ਬ੍ਰਿਖ ਜੋਇਆ, ਕਈ ਜਨਮ ਤੂੰ ਬੈਲ ਬਣ ਕੇ ਜੋਤਿਆ ਗਿਆ ਹੈ, ਹਲ ਵਾਹੁਣ ਲਈ ਤੂੰ ਜੋਤਿਆ ਗਿਆ ਹੈ। ਕਈ ਜਨਮ ਹੈਵਰ ਬ੍ਰਿਖ ਜੋਇਓ, ਅਤੇ ਹੁਣ ਆ ਕੇ ਮਿਲ ਜਗਦੀਸ਼ ਮਿਲਣ ਕੀ ਬਰੀਆ ਚਿਰੰਕਾਲ ਇਹ ਦੇ ਸੰਜਰੀਆ। ਕਈ ਜਨਮ ਸੈਲ ਗਿਰ ਕਰਿਆ, ਤੂੰ ਪਹਾੜ ਪੱਥਰਾਂ ਦੀ ਜੂਨਾਂ 'ਚ ਹੋ ਕੇ ਆਇਆ। ਕਈ ਜਨਮ ਗਰਭ ਹਿਰ ਖਰਿਆ, ਕਈ ਜਨਮ ਤੂੰ ਪੂਰੀ ਜ਼ਿੰਦਗੀ ਜੀਉ ਨਹੀਂ ਸਕਿਆ, ਗਰਭ ਵਿੱਚੋਂ ਹੀ ਤੂੰ ਗਿਰ ਗਿਆ ਹੈ। ਕਈ ਜਨਮ ਸਾਖ ਕਰ ਉਪਾਇਆ, ਸ਼ਾਖ ਪੌਦੇ ਨਬਾਤਾਤ
हरियाली जिहड़ी है ये रुख बूटे पैदा करके तेनों ये जून भी दी गई है। 1,84 जून भरमाया गुरु जी इत्थे वो जी आम बोली वरती जाती सी 1,84 जूना बई 84 ਲੱਖ जूना अणमतियां का ख्याल से उस लफ्ज़ को वरत के समझाने का यतन करते हैं कि कई जूना कोई अंत पार 1,84 जून पर इतने 1,84 तो भाव गिनती के 84 ਲੱਖ नहीं लेने पाओ बेअंत बेअंत जूना भी तू परमाया गया है। तो हूँ तू आके इतने परमात्मा नाम जप इस शब्द में ये चीज दृढ़ करवाई जा रही है कि बई साध संग प्यो जन्म प्राप्त साध संगत की तू प्राप्ति कर इसलिए तेनों ये जन्म प्राप्त होया है। कर सेवा पज हर हर गुरमत ये सेवा कर साध संगत की अते उस गुरमत का भजन कर गुरमत की मत जी है गुरु की मत वो लै त्याग मान झूठ अपमान जीवित मरे दरगाह परवान मान अपमान छड़ दे तू तो जीवित ही इस संसार के वालों मोह माया वालों अपने आप को मार के तू नामी जिंदगी जी शब्द मरो फिर जीवो सद ही तां फिर मरण ना होई। तो ये शब्द जोड़ा है ये क्लीयर करता है बिल्कुल कि गुरु जी इतने जन्म सरीरक जन्म की गल कर रहे हैं इतने मनोवृत्ति की गल नहीं कर रहे। कई जन्म पे कीट पतंगा मनोवृत्ति की गल नहीं है वो चिरंकाल देह संजरी है तो देह की गल है शरीर की शरीर करके तू बार बार आउंदा रहा है इतने मनोवृत्ति की गल नहीं है। मनोवृत्ति वाले शब्द भी गुरबाणी हैं पर इतने मनोवृत्ति की गल नहीं है। इस गुरबाणी में एक क्लीयर किया गया है अवर जून तेरी पनहारी इस धरती में तेरी सिकदारी ये बाकी जूना तेरा पानी भरन वालियां ने तेरी सेवा लिए पैदा की गई ने इस धरती के सारे जीवों विचों तेरी सिकदारी है तू मालिक इन्हां दा। प्रथमे गर्भ वास्ते टरिया पुत्र कलत्र कुटुंब संग जुरिया भोजन अणग प्रकार वो कपरे सर पर गवन करोगे पपरे तैनू हर हाल ये जन्म मरण के गेट का गवन जड़ा भुगतना पैना है। जां तिस पाना तां जम्मिया परिवार भला पाया ये प्रभु ने पाया तो तैनू ये मनुखा जन्म मिलिया तेरा इत्थे जन्म होया ते परिवार ने बड़ा भला समझिया। लिव छुड़की लगी तृष्णा माया अमर वरत्या तेरी उस प्रभु नालों लिव टुट गई ते मोह माया दे विच तू विचर गया है। तृष्णा लग गई मोह माया दी ये माया का हुक्म तेरे ते चल गया ये माया चित हर विसरा मोह उपजा भाव दूजा लाया। जदों परमात्मा भुल जाए तो बंदा संसार के मोह विच पै जाए वो समझो मायावादी बिरती वाला हो गया। मायावादी बिरती वाली जी जून सुरती है वही जन्म मरण की गेड़ भी जाती है। तो इसलिए भाई तू इस जन्म के परमात्मा नाम जप हुण वो प्रमाण जिहड़े ये सिद्ध करते हैं कि इंसान होकर भी तू जानवरी जूना वर्गी जिंदगी जींदा है। जिस तरह करतूत पशु की मानस जात तेरी जात मानस वाली तू इंसान बन के पैदा हुए हैं पर करतूत चली जी है ये पशु ये मनोवृत्ति करके जून की गल फिर मनोवृत्ति करके तू इंसान होकर भी होर जूना वाली जिंदगी जी रहा है। तू अपने मन को विकसित नहीं कर सकिया उच्च मर्तबे ते नहीं पुजा सकिया। लोग प्रचारा करे दिन सर रात त्यारी रात तू बस पखंड करता है दुनिया को अपने पिछे लाने के यतन करता रहता है। आवन आए शिष्ट में बिन बूझे पश टोर जेरे सृष्टि ते आ गए सीढ़ करके पर नाम को समझने तो बिना बिन बूझे परमात्मा की पहचान कर तो बिना पशु टोर वो जानवर वर्गी जिंदगी जी रहे ने। नानक गुरमुख सो बूझा जां कह भाग मथूर ये गल वो इंसान समझदा है जिदे मत्थे ते वाहिगुरू वालों मेहर दे नज़र ते भाग जागे होण वो ये समझदा है कि मैं इंसान हो के इंसानी जिंदगी तू देवतियों वाली जिंदगी ते देवतियों तू परमात्मा वाली जिंदगी जीवां ये वो गल समझदा है। वरना बंदा इस संसारी जिंदगी पशु टोर वाली जिंदगी जींदा रहिंदा है। जिहड़ा बंदा गुरु धारण नहीं करता गुरुमंत्र हिनस्य जो प्राणी त्रिगंत जन्म भ्रष्ट ने ऐसा जन्म जिंदगी का वो हज़ारों लखां लानतां लैण दे योग है भ्रष्ट जीवन है। जिहड़ा गुरुमंत्र तू सखना है गुरुमंत्र हिनस्य है। कूकरे सूकरे गर तपे काके सरपने तुल खले वो कूकरा कुत्तियां वर्गा सूरां वर्गा गधियां वर्गा गर्दबे गधियां वर्गा काके कावां वर्गा सरपने सप्पां वर्गा उन्हां दे तुल जिंदगी जी रहा है। भाव सप की तरह जहर ही उड़ रहा दुनिया वास्ते वो कुत्तियां वाले कर्म कर रहा सूरां वांग गंद मंद खा रहा है गधे वांग चंगे काम करके भी तो अपने सिर में जिवें गधा मिट्टी नाल भर लैंदा है। इस तरह ये एक पासे धर्म के काज करता है दूजे पासे फिर अपनी आत्मा को मन लिबड़न वाले काम करता है। तो ऐसे बंदियां वास्ते कबीर जी ने कहा कि भी साकत ते सूकर भला राखा अच्छा गाऊं बल्कि उस जानवर तो भी क्या भी तेरे को तो जानवर फिर भी चंगा सूर चंगा है गंदगी खा के ग्रां साफ करता है वो साकत बोपरा मर गया कोई ना लै ना हो। तो नास्तिक बंदा जोड़ा अपने जीवन के लक्ष्य नहीं समझता
ਉਹ ਆਪਣਾ ਜੀਵਨ ਅਜੇ ਗਵਾ ਲੈਂਦਾ ਹੈ। ਤੋ ਇੱਥੇ ਗੁਰਬਾਣੀ ਵਿੱਚ ਸਪਸ਼ਟ ਪ੍ਰਮਾਣ ਨੇ ਜਿਹੜੇ ਸਰੀਰਕ ਜਨਮ ਦੀ ਗੱਲ ਕਰਦੇ ਨੇ ਵੀ ਸਰੀਰਕ ਜਨਮ ਹੈ। ਜਿਸ ਤਰ੍ਹਾਂ ਅਸਥਾਵਰ ਜੰਗਮ ਕੀਟ ਪਤੰਗਾ ਅਣਕ ਜਨਮ ਕੀਏ ਬੋਰੰਗਾ ਐਸੇ ਕਰ ਹਮ ਬੋਤ ਬਸਾਏ ਜਬ ਹਮ ਰਾਮ ਗਰਭ ਹੋਏ ਆਏ। ਜਦੋਂ ਵੀ ਇਨਸਾਨੀ ਗਰਭ ਵਿੱਚ ਆਇਆ ਇਸ ਤੋਂ ਪਹਿਲੇ ਇਹੋ ਜਿਹੇ ਸਰੀਰਾਂ ਦੇ ਘਰ ਕਈ ਵਸਾ ਕੇ ਅਸਥਾਵਰ ਜਿਹੜੇ ਇੱਕੋ ਜਗ੍ਹਾ 'ਤੇ ਖੜੇ ਰਹਿੰਦੇ ਨੇ, ਰੁੱਖ ਬੂਟੇ ਪਹਾੜ, ਜੰਗਮ ਜੰਗਾਂ ਨਾਲ ਲੱਤਾਂ ਨਾਲ ਤੁਰਨ ਵਾਲੇ ਜੀਵ, ਕੀਟ ਪਤੰਗਾ ਅਣਕ ਜਨਮ ਕੀਏ ਬੋਰੰਗਾ ਇਹ ਅਨੇਕਾਂ ਜਨਮ ਧਾਰਨ ਕਰਕੇ ਆਏ ਹਾਂ। ਇੱਥੇ ਸਪਸ਼ਟ ਹੈ ਆਵਾਗਮਨ ਸਿਰਜਿਆ ਤੂੰ ਥਿਰ ਕਰਨਾ ਹਾਰੋ। ਇਹ ਕਰਨਹਾਰ ਪਰਮਾਤਮਾ ਹੈ, ਆਵਾਗਮਨ ਤੂੰ ਹੀ ਸਿਰਜਿਆ ਹੈ। ਜਨਮ ਮਰਨ ਦਾ ਗੇੜ ਜੰਮਣ ਮਰਨਾ ਆਏ ਗਿਆ ਬਦਿਕ ਜਿਉ ਬੇਕਾਰੋ। ਇਹ ਜਨਮ ਮਰਨ ਆਉਣਾ ਜਾਣਾ ਜੀਵਾਤਮਾ ਦਾ ਲੱਗਾ ਰਹਿੰਦਾ। ਆਵਾਗਮਨ ਤੂੰ ਆਪ ਰਚਾਇਆ। ਇਸ ਪ੍ਰਮਾਣ ਦੇ ਹੁੰਦੇ ਅਸੀਂ ਹੋਰ ਕਿਹੜਾ ਸਬੂਤ ਮੰਗਦੇ ਹਾਂ। ਆਵਾਗਮਨ ਤੂੰ ਆਪ ਰਚਾਇਆ। ਇਹ ਆਉਣਾ ਜਾਣਾ ਪਰਮਾਤਮਾ ਤੂੰ ਆਪ ਰਚਾਇਆ। ਸਹੀ ਭਗਤ ਜਿਨ ਸੱਚ ਚਿਤ ਲਾਇਆ। ਉਹ ਸੱਚੇ ਭਗਤ ਨੇ। ਪਰ ਤਨ ਪਰ ਤੀ ਨਿੰਦਾ ਪਰ ਅਪਵਾਦ ਨਾ ਛੂਟੈ। ਆਵਾਗਮਨ ਹੋਤ ਹੈ ਫੁਨ ਫੁਨ ਇਹ ਪ੍ਰਸੰਗ ਨਾ ਟੂਟੈ। ਲੱਖ 84 ਜੂਨ ਸੁਬਾਈ ਮਾਨਸ ਕੋ ਬਰਤ ਦੀ ਵਡਿਆਈ। ਇਸ ਪੌੜੀ ਤੇ ਜੋ ਨਰ ਚੁੱਕੈ ਸੋ ਆਏ ਜਾਏ ਦੁੱਖ ਪਾਇੰਦਾ। ਅਣਕ ਜਨਮ ਬੋ ਜੂਨੀ ਭ੍ਰਮਿਆ ਬੋਰ ਬੋਰ ਦੁੱਖ ਪਾਇਆ। ਅਣਕ ਜਨਮ ਦੀ ਗੱਲ ਹੈ, ਇੱਥੇ ਮਨੋਬਿਰਤੀ ਦੀ ਗੱਲ ਨਹੀਂ ਹੈ। ਜਨਮ ਸਰੀਰ ਕਰਕੇ ਕਿਸੇ ਦੇ ਜਨਮ ਨੂੰ ਕਹਿੰਦੇ ਨੇ। ਮਨੋਬਿਰਤੀ ਨੂੰ ਜਨਮ ਕੋਈ ਐਸੀ ਕੋਸ਼ ਨਹੀਂ ਬਣੀ ਦੀ ਦੁਨੀਆ ਦੀ ਜਿਹੜੀ ਮਨੋਬਿਰਤੀ ਨੂੰ ਜਨਮ ਨਾਲ ਉਪਮਾ ਦਿੰਦੀ ਹੋਵੇ। ਅਣਕ ਜਨਮ ਬੋ ਜੂਨੀ ਭ੍ਰਮਿਆ ਬੋਰ ਬੋਰ ਦੁੱਖ ਪਾਇਆ। ਤੂੰ ਮੇਰੀ ਕਿਰਪਾ ਤੇ ਮਾਨੁਖ ਦੇ ਪਾਈ ਹੈ। ਤੇਰੀ ਕਿਰਪਾ ਨਾਲੇ ਮਨੁੱਖਾ ਦੀ ਪ੍ਰਾਪਤ ਹੋਈ ਹੈ। ਦੇਵੋ ਦਰਸ਼ ਹਰ ਰਾਇਆ। ਹੁਣ ਪਰਮਾਤਮਾ ਮੈਨੂੰ ਦਰਸ਼ਨ ਦੇ, ਕਿਉਂਕਿ ਮਨੁੱਖਾ ਜਨਮ ਦੇ ਵਿੱਚ ਹੀ ਪ੍ਰਭੂ ਦੇ ਦਰਸ਼ਨ ਹੋ ਸਕਦੇ ਨੇ। ਅਨਕ ਕੋਠਰੀ ਬਹੁ ਭਾਂਤ ਕਰੀਆ ਆਪ ਹੋਆ ਰਖਵਾਰਾ। ਇਹ ਸਰੀਰ ਰੂਪੀ ਕਈ ਕੋਠੀਆਂ ਕਈ ਭਾਂਤਾਂ ਦੀਆਂ ਕੋਠੀਆਂ ਪਰਮਾਤਮਾ ਨੇ ਬਣਾਈਆਂ ਨੇ, ਜੀ ਬਣਾਏ ਨੇ। ਇਹਨਾਂ ਦਾ ਸਾਰਿਆਂ ਦਾ ਰਾਖਾ ਉਹ ਹੈ। ਜੈਸੇ ਮਹਿਲ ਰਾਖਿਆ ਤੈਸੇ ਰਹਿਣਾ ਕਿਆ ਇਹ ਕਰੇ ਵਿਚਾਰਾ। ਬੰਦੇ ਦੇ ਵਿਚਾਰੇ ਦੇ ਹੱਥ ਕੁਛ ਨਹੀਂ। ਜਿਸ ਕਿਸਮ ਦੇ ਸਰੂਪੀ ਮਹਿਲ ਵਿੱਚ ਉਹ ਰੱਖਦਾ ਹੈ ਉੱਥੇ ਰਹਿਣਾ ਪੈਂਦਾ ਹੈ। ਸੋ ਇਹ ਗੁਰਮਤ ਦਾ ਬੜਾ ਮੂਲਿਕ ਸਿਧਾਂਤ ਹੈ। ਜਨਮ ਮਰਨ ਦਾ ਗੇੜ ਜੋ ਹੈ ਫਿਰਤ ਬਹੁਤੇ ਜੁਗ ਹਾਰਿਓ ਮਾਨਸ ਦੇ ਲਈ ਮਨੁੱਖਾ ਦੇ ਲਈ ਹੈ। ਹੁਣ ਨਾਨਕ ਕਹਿਤ ਮਿਲਣ ਕੀ ਬਰੀਆ ਸਿਮਰਤ ਕਹਾ ਨਹੀਂ। ਤੋ ਇਸ ਲਈ ਇਹ ਭੁਲੇਖੇ ਕੱਢ ਦਈਏ ਔਰ ਇਸ ਕਿਸਮ ਦਾ ਪ੍ਰਚਾਰ ਕਰਨਾ ਕਿ ਜਨਮ ਮਰਨ ਦਾ ਗੇੜ ਨਹੀਂ ਹੁੰਦਾ, ਜੂਨਾਂ ਨਹੀਂ ਹੁੰਦੀਆਂ। ਤੋ ਇਹ ਗੁਰਮਤ ਸਿਧਾਂਤ ਨੂੰ ਵਿਗਾੜਨ ਵਾਲੀ ਗੱਲ ਹੈ। ਸਿੱਖੀ ਦਾ ਇੱਕ ਮੌਲਿਕ ਸਿਧਾਂਤ ਹੈ ਕਿ ਜਨਮ ਮਰਨ ਦੇ ਗੇੜ ਨੂੰ ਸਿੱਖੀ ਨੇ ਪ੍ਰਵਾਨ ਕੀਤਾ, ਗੁਰੂ ਗ੍ਰੰਥ ਸਾਹਿਬ ਜੀ ਨੇ ਪ੍ਰਵਾਨ ਕੀਤਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।